ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ। ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦ੍ਰਵੈ ਰਹਿ ਲਿਵਲਾਏ। ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਨਾਲ ਲੜੀਵਾਰ ਸੰਥਿਆ ਦਾ ਜੋ ਪ੍ਰੋਗਰਾਮ ਲਿਖਿਆ ਗਿਆ ਹੈ, ਇਸ ਪਾਵਨ ਗੁਰ ਸ਼ਬਦ ਦੇ ਅੰਦਰ ਅੱਜ ਦੇ ਇਸ ਸੰਥਾ ਦੀ ਆਰੰਭਤਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਗ 661 ਅੰਗ ਤੋਂ ਆਰੰਭ ਹੁੰਦੀ ਹੈ। ਕੱਲ ਵਾਲੇ ਦਿਨ ਦੇ ਅੰਦਰ ਆਪ ਜੀਆਂ ਨੇ ਧਨਾਸਰੀ ਰਾਗ ਦੀ ਆਰੰਭਤਾ ਦੇ ਵਿੱਚ ਪਾਵਨ ਸ਼ਬਦ ਸਰਵਣ ਕੀਤੇ ਸਨ। ਪਹਿਲੇ ਪਾਤਸ਼ਾਹ ਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਬਦ ਚੱਲ ਰਹੇ ਨੇ। ਧਨਾਸਰੀ ਮਹੱਲਾ ਪਹਿਲਾ। ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਮੁਖਾਰਬੇ ਤੋਂ ਉਚਾਰਨ ਕਰਦੇ ਨੇ। ਇਸ ਤੋਂ ਪਿਛਲੇਰਾ ਜਿਹੜਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਸੀ, ਕਿਉਂ ਸਿਮਰੀ ਸਿਵਰਿਆ ਨਹੀਂ ਜਾਏ। ਮਹਾਰਾਜ ਜੀ ਨੇ ਸਵਾਲ ਪੈਦਾ ਕੀਤਾ ਸੀ ਕਿ ਮੈਂ ਕਿਵੇਂ ਯਾਦ ਕਰਾਂ। ਮਹਾਰਾਜ ਜੀ ਹੁਣ ਉਹਦਾ ਹੀ ਇੱਕ ਪ੍ਰਕਾਰ ਦਾ ਉੱਤਰ ਇਸ ਸ਼ਬਦ ਦੇ ਅੰਦਰ ਵੀ ਦਿੰਦੇ ਨੇ। ਨਦਰ ਕਰੇ ਤਾਂ ਸਿਮਰਿਆ ਜਾਏ। ਇੱਥੇ ਵਿਚਾਰਨ ਵਾਲੀ ਗੱਲ ਹੈ, ਤੱਤੇ ਨੂੰ ਕਰਨਾ ਹੈ, ਤਾਂ ਧਿਆਨ ਦੇਣਾ ਹੈ। ਨਦਰ ਕਰੇ ਤਾਂ ਸਿਮਰਿਆ ਜਾਏ, ਉਹਦੀ ਰਹਿਮਤ ਹੋਵੇ ਤਦੋਂ ਹੀ ਉਸ ਨੂੰ ਯਾਦ ਕੀਤਾ ਜਾ ਸਕਦਾ ਹੈ। ਉਹਦੀ ਕਿਰਪਾ, ਉਹਦੀ ਰਹਿਮਤ ਤੋਂ ਬਗੈਰ, ਉਹਦੇ ਫਜ਼ਲ ਤੋਂ ਬਗੈਰ ਉਸ ਨੂੰ ਚੇਤੇ ਨਹੀਂ ਕੀਤਾ ਜਾ ਸਕਦਾ। ਆਤਮਾ ਦ੍ਰਵੈ ਰਹਿ ਲਿਵਲਾਏ। ਜਦੋਂ ਸਾਡਾ ਮਨ ਦ੍ਰਿਵਤ ਹੋ ਜਾਵੇ, ਮਨ ਦੇ ਅੰਦਰ ਨਿਮਰਤਾ ਆ ਜਾਵੇ, ਨਿਮਰਤਾ ਆ ਗਈ ਤੇ ਲਿਵ ਪ੍ਰਮਾਤਮਾ ਦੇ ਨਾਲ ਲੱਗ ਜਾਵੇਗੀ। ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਫਿਰ ਮਨ ਦੀਆਂ ਦੁਬਿਧਾਵਾਂ, ਮਨ ਦੇ ਵਿੱਚ ਹੰਕਾਰ ਖਤਮ ਹੋ ਜਾਂਦਾ ਹੈ। ਫਿਰ ਮਨੁੱਖ ਪਰਮਾਤਮਾ ਦਾ ਰੂਪ, ਇੱਕੋ ਹਸਤੀ ਦਾ ਮਾਲਕ ਹੀ ਹੋ ਜਾਂਦਾ ਹੈ। ਗੁਰ ਪ੍ਰਸਾਦੀ ਪਾਇਆ ਜਾਏ, ਹਰ ਸਿਉ ਚਿਤ ਲਾਗੈ, ਫਿਰ ਕਾਲ ਨਾ ਖਾਏ ਰਹਾਉ। ਗੁਰ ਪ੍ਰਸਾਦੀ, ਇੱਥੇ ਵੇਖਣ ਵਾਲੀ ਗੱਲ ਹੈ ਕਿ ਵੈਸੇ ਮੰਗਲਾਚਰਨ ਦੇ ਅੰਦਰ, ਮੂਲ ਮੰਤਰ ਦੇ ਅੰਦਰ ਪ੍ਰਸਾਦ ਹੈ, ਉੱਥੇ ਪੱਪੇ ਦੇ ਪੈਰ ਦੇ ਵਿੱਚ ਰਾਰਾ ਹੈ, ਪਰ ਇੱਥੇ ਪੂਰੇ ਰਾਰੇ ਦੀ ਵਰਤੋਂ ਕੀਤੀ ਗਈ ਹੈ। ਗੁਰ ਪ੍ਰਸਾਦੀ, ਪ੍ਰਸਾਦੀ ਨਹੀਂ, ਗੁਰ ਪ੍ਰਸਾਦੀ। ਆਮ ਕਰਕੇ ਪ੍ਰਸਾਦ ਨੂੰ ਪ੍ਰਸ਼ਾਦ ਵੀ ਬੋਲਿਆ ਜਾਂਦਾ ਹੈ, ਉਹ ਗਲਤ ਹੈ। ਪ੍ਰਸ਼ਾਦ ਖਾਣ ਵਾਲਾ, ਛਕਣ ਵਾਲਾ ਦੇਗ ਨੂੰ ਕਿਹਾ ਜਾਂਦਾ ਹੈ, ਪਰ ਉਸ ਦੀ ਪਰਮਾਤਮਾ ਦੀ ਕਿਰਪਾ ਨੂੰ ਪ੍ਰਸਾਦ ਕਹਿੰਦੇ ਨੇ, ਪ੍ਰਸਾਦ ਆਖਦੇ ਨੇ। ਗੁਰ ਪ੍ਰਸਾਦੀ ਪਾਇਆ ਜਾਏ, ਉਹਦੀ ਕਿਰਪਾ ਦੇ ਨਾਲ ਹੀ ਉਸ ਨੂੰ ਪਾਇਆ ਜਾ ਸਕਦਾ ਹੈ। ਹਰ ਸਿਉ ਚਿਤ ਲਾਗੈ, ਫਿਰ ਕਾਲ ਨਾ ਖਾਏ ਰਹਾਉ। ਜਿਸ ਮਨੁੱਖ ਪ੍ਰਾਣੀ ਦਾ ਚਿੱਤ ਉਸ ਪਰਮਾਤਮਾ ਦੇ ਵਿੱਚ ਲੱਗ ਜਾਂਦਾ ਹੈ, ਉਸ ਨੂੰ ਫਿਰ ਕਾਲ ਭਾਵ ਮੌਤ, ਭਾਵ ਵਿਕਾਰਾਂ ਦਾ ਡਰ ਨਹੀਂ। ਵਿਕਾਰ ਉਸ ਨੂੰ ਖਾ ਨਹੀਂ, ਕਾਮ ਕ੍ਰੋਧ ਨੂੰ, ਹੰਕਾਰ ਉਸ ਨੂੰ ਖਾ ਨਹੀਂ ਸਕਦੇ, ਗੁੱਸਾ ਉਹਨੂੰ ਖਾ ਨਹੀਂ ਸਕਦਾ। ਫਰੀਦਾ ਗੁੱਸਾ ਮਾਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ, ਫਿਰ ਕਾਲ ਨਾ ਖਾਏ। ਕਾਲ ਭਾਵ ਵਿਕਾਰ ਉਸ ਨੂੰ ਖਾਣਗੇ ਨਹੀਂ। ਜਿਵੇਂ ਕਾਮ ਵੀ ਮਨੁੱਖ ਦੇ ਸਰੀਰ ਨੂੰ ਖਾ ਜਾਂਦਾ ਹੈ, ਕ੍ਰੋਧ ਵੀ ਖਾ ਜਾਂਦਾ ਹੈ। ਜਿਹੜਾ ਮਨੁੱਖ ਕ੍ਰੋਧੀ ਹੁੰਦਾ ਹੈ, ਅੰਦਰੋਂ ਸੜਦਾ ਰਹਿੰਦਾ ਹੈ, ਝੁਰਦਾ ਰਹਿੰਦਾ ਹੈ। ਈਰਖਾ ਵਾਲਾ ਮਨੁੱਖ ਵੀ ਅੰਦਰੋਂ ਸੜਦਾ ਰਹਿੰਦਾ ਹੈ। ਇਹੀ ਤੇ ਇੰਝ ਹੀ ਤੇ ਵਿਕਾਰ ਸਾਡੇ ਸਰੀਰ ਨੂੰ ਖਾਂਦੇ ਨੇ, ਬਿਮਾਰੀਆਂ ਲੱਗਦੀਆਂ ਨੇ। ਜਿਹੜਾ ਮਨੁੱਖ ਦੂਜਿਆਂ ਨੂੰ ਵੇਖ ਕੇ ਈਰਖਾ ਦੇ ਵਿੱਚ ਆਉਂਦਾ ਰਹਿੰਦਾ ਹੈ, ਸੜਦਾ ਰਹਿੰਦਾ ਹੈ, ਦੂਜੇ ਦੀ ਤਰੱਕੀ ਨੂੰ ਵੇਖ ਕੇ, ਜਿਹਦੇ ਕੋਲ ਜਰਨ ਸ਼ਕਤੀ ਨਹੀਂ, ਜਰ ਨਹੀਂ ਹੁੰਦਾ, ਦੂਜੇ ਨੂੰ ਵਾਧਾ ਦੇਖ ਕੇ ਸੜਦਾ ਰਹਿੰਦਾ ਹੈ, ਉਹ ਆਪ ਹੀ ਆਪਣੇ ਸਰੀਰ ਅੰਦਰ ਨੂੰ ਅਨੇਕਾਂ ਰੋਗ ਲਵਾ ਕੇ ਬੈਠ ਜਾਂਦਾ ਹੈ। ਉਹਦਾ ਖੂਨ ਵੀ ਘਟਦਾ ਰਹਿੰਦਾ ਹੈ,
ਸਿਆਣੇ ਇਸੇ ਗੱਲ ਕਰਕੇ ਆਖਦੇ ਨੇ ਕਿ ਗੁੱਸਾ ਨਹੀਂ ਕਰੀਦਾ, ਈਰਖਾ ਨਹੀਂ ਕਰੀਦੀ, ਸੜੀਦਾ ਨਹੀਂ, ਸੜਨ ਦੇ ਨਾਲ ਖੂਨ ਹੀ ਘਟਦਾ ਹੈ, ਸੜਦਾ ਹੈ ਖੂਨ ਹੀ ਸੜਦਾ ਹੈ। ਤੇ ਇਹੀ ਗੱਲ ਬਾਬਾ ਸ਼ੇਖ ਫਰੀਦ ਜੀ ਵੀ ਪਾਵਨ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਫਰੀਦਾ ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ। ਤੇ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਫਿਰ ਕਾਲ ਨਾ ਖਾਏ, ਕਾਲ ਉਹਦਾ ਫਿਰ ਕੁਝ ਨਹੀਂ ਵਿਗਾੜ ਸਕਦਾ। ਰਹਾਉ ਸੱਚ ਸਿਮਰਿਆ ਹੋਵੇ ਪਰਗਾਸ, ਤਾਤੇ ਵਿਖਿਆ ਮੈਂ ਰਹਿ ਉਦਾਸ। ਜਿਹੜਾ ਸੱਚ ਵਾਹਿਗੁਰੂ ਪਰਮਾਤਮਾ ਨੂੰ ਸਿਮਰਦਾ ਹੈ ਉਹ ਅਸਲ ਚਾਨਣੇ ਦੀ ਪ੍ਰਾਪਤੀ ਕਰ ਲੈਂਦਾ ਹੈ। ਸੱਚ ਸਿਮਰਿਆ, ਜਿਵੇਂ ਪਿੱਛੇ ਵੀ ਆਪ ਜੀਆਂ ਨੇ ਸਰਵਣ ਕੀਤਾ ਸੀ ਕੱਲ ਦੇ ਦੀਵਾਨਾਂ ਦੇ ਅੰਦਰ, ਇਸ ਤੋਂ ਪਿਛਲੇਰਾ ਸ਼ਬਦ, ਪਿੱਛੇ ਵਾਲਾ ਸ਼ਬਦ ਆਪ ਜੀਆਂ ਨੇ ਉਸ ਸ਼ਬਦ ਦੇ ਵੱਲ ਦਰਸ਼ਨ ਦੀਦਾਰੇ ਕਰਨ ਦੀ ਖੇਚਲ ਕਰੋ। ਕਿਉਂ ਸਿਮਰੀ ਸਿਵਰਿਆ ਨਹੀਂ ਜਾਏ, ਤਪੈ ਹਿਆਓ ਜੀੜਾ ਬਿਨ ਲਾਏ, ਸਿਰਜ ਸਵਾਰੇ ਸਾਚਾ ਸੋਏ, ਤਿਸ ਵਿਸਰਿਆ, ਤਿਸ ਵਿਸਰਿਆ ਚੰਗਾ ਕਿਉਂ ਹੋਏ। ਸੱਚ ਸਿਮਰਿਆ ਹੋਵੇ ਪ੍ਰਗਾਸ, ਜਿਵੇਂ ਆਪ ਜੀਆਂ ਨੇ ਸਰਵਣ ਕੀਤਾ ਸੀ, ਤੇਗ ਬਹਾਦਰ ਸਿਮਰਿਆ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੱਚ ਵਿਸਰਿਆ, ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਸਿਮਰਨ ਕਰਨ ਦੇ ਨਾਲ ਸੱਚ ਸਿਮਰਿਆ ਹੋਵੇ ਪ੍ਰਗਾਸ, ਪ੍ਰਗਾਸ ਦਾ ਭਾਵ ਚਾਨਣ। ਤਾ ਤੇ ਵਿਖਿਆ ਮੈਂ ਰਹਿ ਉਦਾਸ, ਉਹ ਪ੍ਰਾਣੀ ਵਿਖਿਆ ਦਾ ਭਾਵ ਵਿਖ, ਜ਼ਹਿਰ, ਮਾਇਆ, ਪਦਾਰਥ, ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤਾ ਤੇ ਇਸ ਲਈ, ਤਾ ਤੇ ਵਿਖਿਆ ਮੈਂ ਰਹਿ ਉਦਾਸ, ਉਹ ਪਦਾਰਥਾਂ ਦੇ ਵਿੱਚ ਉਦਾਸ ਰਹਿੰਦਾ ਹੈ। ਪਦਾਰਥਾਂ ਦਾ ਪ੍ਰਭਾਵ ਆਪਣੇ ਉੱਤੇ ਨਹੀਂ ਪੈ ਦਿੰਦਾ। ਜੇ ਖੁਸ਼ੀ ਵੀ ਆ ਗਈ ਤੇ ਖੁਸ਼ੀ ਦੇ ਵਿੱਚ, ਖੁਸ਼ੀ ਤੇ ਗਮੀ ਦੇ ਵਿੱਚ, ਦੋਨਾਂ ਹਾਲਾਤਾਂ ਦੇ ਵਿੱਚ ਇੱਕੋ ਜਿਹਾ ਰਹਿੰਦਾ ਹੈ। ਸਧਾਰਨ ਮਨੁੱਖ ਖੁਸ਼ੀ ਦੇ ਵਿੱਚ ਭੰਗੜੇ ਪਾਉਂਦਾ ਹੈ, ਇਹ ਤੇ ਮਨੁੱਖ ਦਾ ਫਰਕ ਹੈ। ਸਧਾਰਨ ਮਨੁੱਖ ਜਿਹੜਾ ਹੈ, ਜਿਸ ਨੂੰ ਧਰਮ ਦੀ ਸ਼ੋਅ ਨਹੀਂ ਅਜੇ ਮਿਲੀ, ਧਰਮ ਚੰਗੇ ਆਤਮਿਕ ਗੁਣ ਜੀਵਨ ਦੇ ਅੰਦਰ ਸੰਸਾਰਿਕ ਤੌਰ ਤੇ ਜਦੋਂ ਉਸ ਨੂੰ ਪ੍ਰਾਪਤੀ ਹੋ ਜਾਂਦੀ ਹੈ, ਭੰਗੜੇ ਪਾਉਂਦਾ ਹੈ, ਖੁਸ਼ੀਆਂ ਮਨਾਉਂਦਾ ਹੈ। ਪਰ ਦੂਜੇ ਪਾਸੇ ਜੇ ਕੁਝ ਨੁਕਸਾਨ ਹੋ ਜਾਵੇ ਤਾਂ ਫਿਰ ਰੋਂਦਾ ਹੈ, ਵਿਰਲਾਪ ਕਰਦਾ ਹੈ, ਪਿੱਟਦਾ ਹੈ। ਮਹਾਰਾਜ ਇਹੀ ਕਹਿੰਦੇ ਕਿ ਤਾਤੇ ਵਿਖਿਆ ਮੈਂ ਰਹਿ ਉਦਾਸ, ਉਹ ਹਮੇਸ਼ਾ ਉਦਾਸ ਭਾਵ ਦੇ ਵਿੱਚ ਰਹਿੰਦਾ ਹੈ, ਭਾਵ ਉਹਦੇ ਭਾਣੇ ਦੇ ਵਿੱਚ। ਖੁਸ਼ੀ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੰਦਾ ਤੇ ਦੁੱਖ ਨੂੰ ਵੀ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੰਦਾ। ਦੋਵਾਂ ਅਵਸਥਾਵਾਂ ਦੇ ਵਿੱਚ ਇੱਕੋ ਜਿਹਾ ਰਹਿੰਦਾ, ਨਿਰਲੇਪ ਰਹਿੰਦਾ ਹੈ। ਸਤਿਗੁਰ ਕੀ ਐਸੀ ਵਡਿਆਈ, ਐਸੀ ਦਾ ਭਾਵ ਇਹੋ ਜਿਹੀ, ਕਹਿੰਦੇ ਕਿ ਗੁਰੂ ਦੀ ਇਹੋ ਜਿਹੀ ਵਡਿਆਈ ਹੈ, ਕਿਰਪਾ ਉਹਦੀ ਇਹੋ ਜਿਹੀ ਹੈ। ਕਿਹੋ ਜਿਹੀ? ਪੁੱਤਰ ਕਲੱਤਰ ਵਿੱਚੇ ਗਤ ਪਾਈ, ਗ੍ਰਿਸਤ ਦੇ ਵਿੱਚ ਰਹਿੰਦਿਆਂ ਗੁਰੂ ਆਪਣੀ ਜਗਿਆਸੂਆਂ ਨੂੰ ਉੱਚੀ ਵਡਿਆਈ ਬਖਸ਼ਿਸ਼ ਕਰ ਦਿੰਦਾ ਹੈ, ਆਨੰਦ ਬਖਸ਼ਿਸ਼ ਕਰ ਦਿੰਦਾ ਹੈ। ਜਿਸ ਆਨੰਦ ਦੀ ਪ੍ਰਾਪਤੀ ਦੇ ਵਾਸਤੇ ਸਾਧੂ ਜੋਗੀ ਲੋਕ ਘਰ-ਬਾਰ ਨੂੰ ਛੱਡ ਕੇ, ਘਰ-ਬਾਰ ਦਾ ਤਿਆਗ ਕਰਕੇ ਦੂਰ ਦੁਰਾਡੇ ਚਲੇ ਜਾਂਦੇ ਸਨ। ਗੁਰੂ ਦਾ ਸਿੱਖ ਨਾਮ ਦੀ ਵਡਿਆਈ, ਆਨੰਦ, ਆਨੰਦ ਦੀ ਪ੍ਰਾਪਤੀ ਘਰ ਦੇ ਵਿੱਚ ਰਹਿੰਦੇ ਆ, ਕੰਮਾਂ ਧੰਦਿਆਂ ਦੇ ਵਿੱਚ ਰਹਿੰਦੇ ਆ ਹੀ ਪ੍ਰਾਪਤ ਕਰ ਲੈਂਦਾ ਹੈ। ਪੁੱਤਰ, ਇੱਥੇ ਦੋਨਾਂ ਹੀ ਸ਼ਬਦਾਂ ਦੇ ਤੱਤੇ ਦੇ ਪੈਰ ਦੇ ਵਿੱਚ ਰਾਰਾ ਹੈ। ਪੁੱਤਰ, ਪੁੱਤਰ ਕਲੱਤਰ ਵਿੱਚੇ ਗਤ ਪਾਈ, ਧਿਆਨ ਦੇ ਨਾਲ। ਐਸੀ ਸੇਵਕ ਸੇਵਾ ਕਰੈ, ਜਿਸ ਕਾ ਜੀਉ ਤਿਸ ਆਗੈ ਧਰੇ। ਸਾਹਿਬ ਭਾਵੈ ਸੋ ਪ੍ਰਵਾਨ, ਸੋ ਸੇਵਕ ਦਰਗਾ ਪਾਵੈ ਮਾਨ। ਤੀਸਰੇ ਬੰਦ ਦੇ ਅੰਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਐਸੀ ਸੇਵਕ ਸੇਵਾ ਕਰੈ। ਐਸੀ ਸੇਵਾ ਸੇਵਕ ਕਰੈ, ਜੇ ਅਨਵੈ ਕਰਕੇ ਅਸੀਂ ਕਰੀਏ। ਐਸੀ ਇਸਤਰੀਲਿੰਗ ਹੈ, ਸੇਵਕ ਇੱਥੇ ਪੁਲਿੰਗ ਹੈ, ਸੇਵਾ ਵੀ ਇਸਤਰੀਲਿੰਗ ਹੈ। ਇਸ ਲਈ ਐਸੀ ਸੇਵਕ, ਜੇ ਅਸੀਂ
ਇਵੇਂ ਜੋੜ ਕੇ ਵੇਖੀ ਐਸੀ ਸੇਵਕ, ਕਿਉਂਕਿ ਇਹ ਸੇਵਕ ਦੇ ਜੇ ਕੱਕੇ ਨੂੰ ਸਿਹਾਰੀ ਹੁੰਦੀ ਫਿਰ ਇਸ ਦਾ ਅਰਥ ਹੋਣਾ ਸੀ ਸੇਵਕਾ, ਭਾਵ ਇਸਤਰੀ ਤੋਂ, ਦਾਸੀ ਤੋਂ। ਪਰ ਇੱਥੇ ਪੁਲਿੰਗ ਰੂਪ ਦੇ ਅੰਦਰ ਵਰਤਿਆ ਗਿਆ ਹੈ। ਇੱਥੇ ਐਸੀ ਸ਼ਬਦ ਉਹ ਸੇਵਾ ਦੇ ਵਾਸਤੇ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਸੇਵਕ ਇਹੋ ਜਿਹੀ ਸੇਵਾ ਕਰੇ, ਕਿਹੋ ਜਿਹੀ ਸੇਵਾ? ऐसी सेवक सेवा करे, जिसका जियो तिस आगे धरै। जियो दा भाव जिंद, उस परमात्मा ने इस मनुख नूं ये पिंड, ये शरीर भी दिता होया है, ये जिंद भी दिती हुई है। जिसका जियो, जिसने सब कुछ दिता है जी, उस वाहिगुरु परमात्मा के अगे ही तर दवे, ਉਹਦੇ ਅੱਗੇ ਹੀ ਭੇਟਾ ਕਰ ਦਵੇ। जिसका जियो तिस आगे धरै, जिसनों सुखमनी साहिब की पावन बाणी के अंदर जिसका जियो तिस आगे धरै, साहिब भावै सो प्रवान। जिस परमात्मा ने ये जिंद दिती है जी, उसके अगे ही सब कुछ भेटा कर दवे, क्योंकि इस जिंद नूं किवें कंट्रोल दे विच करना है, इस मन नूं काबू दे विच किवें करना है, उस गुरु नूं पता है। उस गुरु दे ही सब कुछ हथ वस है। जिसका जियो तिस आगे धरै, साहिब भावै सो प्रवान। जिवें ओ साहिब नूं चंगा लगदा है, प्रवान उही हुंदा है। जिसका जियो तिस आगे धरै, सुखमनी साहिब की पावन बाणी के अंदर भी महाराज जी बख्शिश करते हैं कि जिस परमात्मा ने सानू ये सब कुछ दिता है, सब कुछ उहदे अगे रख दवो, आखो कि मेरा तो कुछ भी नहीं, ये सब कुछ तुहाडा ही दिता होया है। साहिब भावै, भावे दा भाव चंगा लगे, जिहड़ा उस साहिब नूं मालक नूं चंगा लग जावे, सो प्रमाण, प्रवान दा भाव सुरखरू, उही सुरखरू हुंदा है। सो सेवक दरगाह पावै मान, वो सेवक ही परमात्मा की दरगाह दे विच मान दा भाव, वडियाई प्राप्त करता है। मान दा भाव सत्कार प्राप्त करता है। सो सेवक दरगाह पावै मान, सतगुर की मूरत हृदय वसाए, जो इच्छै सोई फल पाए। मूरत का भाव शब्द, सतगुर की मूरत, इत्थे मूरत का भाव किसी दुनियावी तौर पर बनाई हुई तस्वीर तो नहीं, क्योंकि गुरु का शब्द ही गुरु की वास्ते मूरत है। गुरु नानक देव महाराज जी की विचारधारा की सी, उन्हां दा चाल चलन किहो जिहा सी, उन्हां दी बाणी तो पता लगता है, उन्हां दे शब्दां तो पता लगता है। भाव जिहड़ा गुरु की सिक्ख्या नूं हिरदे दे अंदर वसाउंदा है। सतगुर की मूरत हिरदे वसाए, जो इच्छा सोई फल पाए। महाराज जी कहते कि जो उहदे मन के अंदर इच्छा होवे ते ओह फल प्राप्त कर सकता है। साचा साहिब किरपा करै, सो सेवक जम ते कैसा डरै। जिस उत्ते वो सच्चा साहिब, साहिब का भाव मालक किरपा करदा है, रहमत करदा है। साचा साहिब किरपा करै, सो सेवक, सेवक भाव एक, सो भाव सो एक दे वास्ते वरतिया जाता है। जम ते कैसा डरै, कहते वो जमा तो की डरेगा, उन्होंने जमा तो विकारां तो कोई डर नहीं।
ਉਹ ਵਿਕਾਰਾਂ ਨੂੰ ਕਾਬੂ ਕਰਕੇ ਰੱਖਦਾ ਏ, ਸੋ ਸੇਵਕ ਜਮ ਤੇ ਕੈਸਾ ਡਰੈ। ਉਹ ਜਮਾਂ ਤੋਂ ਕਿਸੇ ਪ੍ਰਕਾਰ ਦਾ ਡਰ ਨਹੀਂ ਉਸ ਨੂੰ ਹੁੰਦਾ। ਇਸ ਤੋਂ ਅੱਗੇ ਗੁਰਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਭਣਤ ਨਾਨਕ ਕਰੇ ਵਿਚਾਰ, ਸਾਚੀ ਬਾਣੀ ਸਿਉ ਧਰੇ ਪਿਆਰ। ਭਣਤ ਨਾਨਕ, ਭਣਤ ਦਾ ਭਾਵ ਆਖਦਾ ਹੈ ਕਰੇ ਵਿਚਾਰ, ਇੱਥੇ ਵਿਹਾਰੀ ਦੀ ਵਰਤੋਂ ਕੀਤੀ ਗਈ ਹੈ, ਇੱਥੇ ਵਿਚਾਰ ਨਹੀਂ ਵਿਚਾਰ ਇਸ ਨੂੰ ਪੜ੍ਹਨਾ ਹੈ। ਭਣਤ ਨਾਨਕ ਕਰੇ ਵਿਚਾਰ, ਸਾਚੀ ਬਾਣੀ ਸਿਉ ਧਰੇ ਪਿਆਰ। ਸੱਚੀ ਬਾਣੀ ਦੇ ਨਾਲ ਜਿਹੜਾ ਪਿਆਰ ਧਰੇ, ਸਿਉ ਭਾਵ ਨਾਲ, ਤਾ ਕੋ ਪਾਵੈ ਮੁਖ ਦਵਾਰ। ਜਪ ਤਪ ਸ਼ਬਦ, ਜਪ ਤਪ ਸਭ ਇਹ ਸ਼ਬਦ ਹੈ ਸਾਰ। ਉਹਦੇ ਵਾਸਤੇ ਗੁਰੂ ਦਾ ਸ਼ਬਦ ਇਹੀ ਜਪ ਹੈ, ਗੁਰੂ ਦਾ ਬਾਣੀ ਨੂੰ ਜਪਣਾ ਹੀ ਇਹ ਤਪਾ ਸਿਰ ਤਪਸਾਰ ਹੈ। ਗੁਰੂ ਹੀ ਉਹਦੇ ਵਾਸਤੇ ਸਰਵ ਸ੍ਰੇਸ਼ਟ ਹੁੰਦਾ ਹੈ। ਭਣਤ ਨਾਨਕ ਕਰੇ ਵਿਚਾਰ, ਸਾਚੀ ਬਾਣੀ ਸਿਉ ਧਰੇ ਪਿਆਰ। ਗੁਰੂ ਦੀ ਸੱਚੀ ਬਾਣੀ ਦੇ ਨਾਲ ਜਿਹੜਾ ਆਪਣੇ ਮਨ ਦੇ ਅੰਦਰ ਪਿਆਰ ਧਰਦਾ ਹੈ, ਸਿਰ ਪ੍ਰੀਤ ਗੁਰੂ ਦੀ ਬਾਣੀ ਦੇ ਵਾਸਤੇ ਹੀ ਜਿਹੜਾ ਰੱਖਦਾ ਹੈ, ਤਾਕੋ ਪਾਵੇ ਮੋਖ ਦਵਾਰ। ਮੋਖ ਦਾ ਭਾਵ ਮੋਕਸ਼, ਮੋਕਸ਼ ਤੋਂ ਇਹ ਮੋਖ ਸ਼ਬਦ ਬਣਿਆ ਹੈ। ਮੋਕਸ਼ ਕਿਹਾ ਜਾਂਦਾ ਆਮ ਕਰਕੇ, ਪਰ ਬਾਣੀ ਦੇ ਅੰਦਰ ਇਹ ਮੋਖ ਹੈ। ਦਵਾਰ ਦਾ ਅਰਥ ਭਾਵ ਦਰਵਾਜ਼ਾ, ਆਮ ਕਰਕੇ ਵੀ ਦਵਾਰ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਦਰਵਾਜ਼ੇ ਦੇ ਵਾਸਤੇ। ਮੁਕਤੀ ਦਾ ਦਰਵਾਜ਼ਾ, ਜਪ ਤਪ ਸਭ ਇਹ ਸ਼ਬਦ ਹੈ ਸਾਰ। ਮਹਾਰਾਜ ਜੀ ਕਹਿੰਦੇ ਜਿਹੜਾ ਬਾਣੀ ਦੇ ਨਾਲ, ਗੁਰੂ ਦੀ ਸਿੱਖਿਆ ਦੇ ਨਾਲ ਪਿਆਰ ਧਰਦਾ ਹੈ, ਪਾਉਂਦਾ ਹੈ, ਇਹੀ ਸਭ ਕੁਝ ਜਪ ਤਪ ਹੈ। ਉਸ ਨੂੰ ਹੋਰ ਜਪ ਤਪ ਕਰਨ ਦੀ ਲੋੜ ਨਹੀਂ, ਧੁਨੀਆਂ ਦੇ ਆਲੇ ਦੁਆਲੇ ਧੁਨੀਆਂ ਲਗਾ ਕੇ ਬੈਠਣ ਦੀ ਲੋੜ ਨਹੀਂ, ਕਿਸੇ ਬਰਫ਼ ਦੇ ਪਹਾੜ ਦੇ ਉੱਤੇ ਜਾ ਕੇ ਤਪੱਸਿਆ ਕਰਨ ਦੀ ਲੋੜ ਨਹੀਂ, ਆਪਣਾ ਸਿਰ ਮੰਡਾਉਣ ਦੀ ਲੋੜ ਨਹੀਂ, ਜਟਾਵਾਂ ਬਣਾਉਣ ਦੀ ਲੋੜ ਨਹੀਂ, ਘਰ-ਬਾਰ ਦਾ ਤਿਆਗ ਛੱਡਣ ਦੀ ਲੋੜ ਕਰਨ ਦੀ ਲੋੜ ਨਹੀਂ। ਸਗੋਂ ਗੁਰੂ ਦਾ ਸ਼ਬਦ ਹੀ ਉਹਦੇ ਵਾਸਤੇ ਸਾਰ ਹੈ। ਸਾਰ ਦਾ ਭਾਵ ਤਤ, ਤਤ ਦਾ ਭਾਵ ਅਸਲੀਅਤ। ਬਾਣੀ ਦੇ ਅੰਦਰ ਜੋ ਅਸਲੀਅਤ ਬਿਆਨ ਕਰ ਦਿੱਤੀ ਹੈ, ਉਹਦੇ ਉੱਤੇ ਹੀ ਨਿਸ਼ਚਾ ਲੈ ਕੇ ਆਉਂਦਾ ਹੈ। ਇਸ ਤੋਂ ਅਗਲਾ ਸ਼ਬਦ ਧਨਾਸਰੀ ਮਹੱਲਾ ਪਹਿਲਾ। ਇਸ ਅਗਲੇਰੇ ਸ਼ਬਦ ਨੂੰ ਆਪ ਜੀ ਅਨੇਕਾਂ ਵਾਰ ਮੁੱਖ ਵਾਕ ਰੂਪ ਦੇ ਅੰਦਰ ਵੀ ਸਰਵਣ ਕਰਦੇ ਹੋ, ਹੁਕਮਨਾਮੇ ਦੇ ਰੂਪ ਦੇ ਅੰਦਰ ਵੀ ਸਰਵਣ ਕਰਦੇ ਹੋ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਪਹਿਲੇ ਬੰਦ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜਿਉ ਤਪਤ ਹੈ ਬਾਰੋ ਬਾਰ। ਤਪਤ ਦਾ ਭਾਵ ਕਹਿੰਦੇ ਤਪਦਾ ਹੈ, ਜਿਉ ਦਾ ਭਾਵ ਜਿੰਦ। ਕਹਿੰਦੇ ਕਿ ਜਿਸ ਮਨੁੱਖ ਦੇ ਹਿਰਦੇ ਦੇ ਵਿੱਚੋਂ ਪਰਮਾਤਮਾ ਦੀ ਸਿਫਤ ਸਲਾਹ ਦੀ ਪਾਵਨ ਬਾਣੀ ਵਿਸਰ ਜਾਂਦੀ ਹੈ, ਜਿਹੜਾ ਪਰਮਾਤਮਾ ਨੂੰ ਭੁਲਾ ਦਿੰਦਾ ਹੈ, ਜਿਹੜਾ ਇਹ ਸਮਝਣ ਲੱਗ ਜਾਂਦਾ ਹੈ ਕਿ ਪਰਮਾਤਮਾ ਤੇ ਹੈ ਹੀ ਨਹੀਂ, ਮੈਂ ਹੀ ਮੈਂ ਹਾਂ, ਜਿਹੜਾ ਖੁਦ ਨੂੰ ਸਮਝਦਾ ਹੈ ਕਿ ਮੈਂ ਹੀ ਮੈਂ ਹਾਂ, ਉਹ ਮੰਨੋ ਕਿ ਅਨੇਕਾਂ ਦੁੱਖਾਂ ਨੂੰ ਸਹਿਣ ਕਰਦਾ ਹੈ। ਉਸ ਦੀ ਜਿੰਦ ਤਪਦੀ ਹੈ, ਜਿੰਦ ਅਨੇਕਾਂ ਵਿਕਾਰਾਂ ਦੇ ਵਿੱਚ ਦੁਖੀ ਹੁੰਦੀ ਹੈ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਬੇਕਾਰ ਹੀ ਉਹ ਤਪਦਾ ਰਹਿੰਦਾ, ਕਰੁਝਦਾ ਰਹਿੰਦਾ। ਜਿਵੇਂ ਪਿੱਛੇ ਕੱਲ੍ਹ ਦੇ ਦੀਵਾਨਾਂ ਦੇ ਅੰਦਰ ਵੀ ਆਪ ਜੀਆਂ ਨੇ ਵਿਚਾਰ ਅੰਦਰ ਸਰਵਣ ਕੀਤਾ ਸੀ, ਉਹ ਦੂਜਿਆਂ ਨੂੰ ਵੇਖ ਕੇ ਸੜਦਾ ਰਹਿੰਦਾ ਹੈ, ਦੂਜਿਆਂ ਦੇ ਉੱਤੇ ਈਰਖਾ ਕਰਦਾ ਹੈ। ਮਹਾਰਾਜ ਜੀ ਉਹਦਾ ਕਾਰਨ ਦੱਸ ਦਿੰਦੇ, ਕਹਿੰਦੇ ਜੈ ਤਨ ਬਾਣੀ ਵਿਸਰ ਜਾਏ। ਹੁਣ ਇੱਥੇ ਵੇਖਣ ਵਾਲੀ ਗੱਲ ਹੈ, ਜੈ ਤਨ ਆਮ ਕਰਕੇ ਜੈ ਸ਼ਬਦ ਦੀ ਵਰਤੋਂ, ਜੈ ਆਖਦੇ ਨੇ ਕਿ ਤੇਰੀ ਜੈ ਹੋਵੇ। ਜੈ ਦਾ ਭਾਵ ਜਿੱਤ ਵਾਸਤੇ ਸ਼ਬਦ ਵਰਤੇ ਜਾਂਦਾ ਹੈ, ਵਿਜਈ ਵਾਸਤੇ, ਜੇਤੂ ਦੇ ਵਾਸਤੇ ਵਰਤਿਆ ਜਾਂਦਾ ਹੈ। ਪਰ ਬਾਣੀ ਦੇ ਅੰਦਰ ਇੱਥੇ ਜੈ ਤਨ, ਇੱਥੇ ਜਿੱਤ ਦੇ ਵਾਸਤੇ ਨਹੀਂ, ਜੈ ਦਾ ਭਾਵ ਜਿਸ। ਇਹ ਚੇਤੇ ਰੱਖਣ ਵਾਲੀ ਗੱਲ ਹੈ ਕਿ ਜੈ ਦਾ ਅਰਥ ਹੈ ਜਿਸ। ਇੱਕ ਹੋਰ ਪਾਵਨ ਬਾਣੀ ਹੈ, ਉਸ ਪਾਵਨ ਬਾਣੀ ਨੂੰ ਆਪ ਜੀ ਰੋਜ਼ਾਨਾ ਪੜ੍ਹਦੇ ਹੋ, ਉਹ ਵੀ ਰਾਤ ਦੇ ਸਮੇਂ।
ਕਿਹੜੀ ਬਾਣੀ ਹੈ? ਸੋਹਲਾ ਸਾਹਿਬ ਦੀ ਪਾਵਨ ਬਾਣੀ। ਸੋਹਲਾ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਵੀ ਆਰੰਭਤਾ ਦੇ ਅੰਦਰ ਮਹਾਰਾਜ ਜੀ ਇਸੇ ਸ਼ਬਦ ਨੂੰ ਵਰਤੋਂ ਕਰਦੇ ਨੇ। ਆਪ ਜੀ ਖਿਆਲ ਕਰੋ, ਜੈ ਘਰ ਕੀਰਤ ਆਖੀ ਹੈ ਕਰਤੇ ਕਾ ਹੋਈ ਵਿਚਾਰੋ। ਜੈ ਘਰ, ਜਿਸ ਘਰ ਵਿੱਚ ਇਵੇਂ ਦੋ ਜੋਟੇ ਰੂਪ ਦੇ ਅੰਦਰ ਜਦੋਂ ਵੀ ਸ਼ਬਦ ਆਉਣਗੇ ਉਦੋਂ ਦੂਸਰੇ ਸ਼ਬਦ ਦੇ ਅੱਖਰ ਨੂੰ ਸਿਹਾਰੀ ਦੀ ਵਰਤੋਂ ਜ਼ਰੂਰ ਹੋਵੇਗੀ। ਜੈ ਤਨ, ਇੱਥੇ ਵੀ ਆਪ ਜੀ ਵੇਖੋ ਤਨ ਦੇ ਨੰਨੇ ਨੂੰ ਸਿਹਾਰੀ ਦੀ ਵਰਤੋਂ ਕੀਤੀ ਗਈ ਹੈ। ਜਿਸ ਤਨ ਵਿੱਚੋਂ ਪਰਮਾਤਮਾ ਦੀ ਸਿਫਤ ਸਲਾਹ ਦੀ ਪਾਵਨ ਬਾਣੀ ਵਿਸਰ ਜਾਂਦੀ ਹੈ, ਜਿਹੜਾ ਮਨੁੱਖ ਇਹ ਸਮਝਦਾ ਹੈ ਕਿ ਮੈਂ ਹੀ ਮੈਂ ਹਾਂ, ਮੇਰਾ ਰਾਜ ਅਟਲ ਹੈ, ਮੈਂ ਹਮੇਸ਼ਾ ਰਹਿਣਾ ਹੈ, ਉਹ ਦੂਜਿਆਂ ਦੇ ਉੱਤੇ ਜ਼ੋਰ ਜ਼ਬਰਦਸਤੀ ਕਰਦਾ ਹੈ, ਅਤਿਆਚਾਰ ਕਰਦਾ ਹੈ। ਹਰਨਾਕਸ਼ ਵਰਗੇ ਉਹ ਸਮਝਦਾ ਸੀ ਕਿ ਹਮੇਸ਼ਾ ਦੇ ਵਾਸਤੇ ਮੇਰਾ ਰਾਜ ਅਟਲ ਹੈ, ਸਦੀਵ ਕਾਲ ਇਹ ਵੀ ਰਾਜ ਰਹਿਣਾ ਹੈ। ਪਰ ਅੰਦਰ ਆਤਮਿਕ ਤੌਰ ਦੇ ਉੱਤੇ ਦੁਖੀ ਵੀ ਉਹੀ ਰਿਹਾ, ਵਿਕਾਰਾਂ ਦੇ ਰਾਹ ਦੇ ਉੱਤੇ ਪੈ ਕੇ, ਕ੍ਰੋਧ ਦੇ ਵਿੱਚ ਆ ਕੇ, ਗੁੱਸੇ ਦੇ ਵਿੱਚ ਆ ਕੇ, ਇੰਜ ਕਰਕੇ ਉਹ ਦਰ ਤੇ ਪ੍ਰਵਾਨ ਨਹੀਂ ਹੋ ਸਕਿਆ ਤੇ ਨਾ ਹੋਰ ਕੋਈ ਮਨੁੱਖ ਹੋ ਸਕਦਾ ਹੈ। ਮਹਾਰਾਜ ਜੀ ਕਹਿੰਦੇ ਜਿਸ ਤਨ ਦੇ ਵਿੱਚੋਂ ਉਸ ਪਰਮਾਤਮਾ ਦੀ ਸਿਫਤ ਸਲਾਹ ਦੀ ਪਾਵਨ ਬਾਣੀ ਵਿਸਰ ਜਾਂਦੀ ਹੈ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ। ਜਿਵੇਂ ਪੱਕਾ ਰੋਗੀ ਦਾ ਭਾਵ ਜਿਉਂ ਦਾ ਭਾਵ ਜਿਵੇਂ ਕਹਿੰਦੇ ਕਿ ਇੱਕ ਕਿਸੇ ਦੇ ਸਰੀਰ ਨੂੰ ਬਹੁਤ ਕੋਹੜ ਲੱਗਾ ਹੋਇਆ ਹੋਵੇ, ਸਿਰੇ ਦਾ ਕੋਹੜ ਲੱਗਾ ਹੋਇਆ ਹੋਵੇ, ਬਹੁਤ ਬਿਮਾਰੀਆਂ ਲੱਗੀਆਂ ਹੋਈਆਂ ਹੋਣ, ਜਿਉਂ ਪੱਕਾ ਰੋਗੀ ਵਿਲ ਲਾਏ। ਜਿਵੇਂ ਉਹ ਕੋਹੜੀ ਮਨੁੱਖ, ਜਿਵੇਂ ਉਹ ਦੁਖੀ ਮਨੁੱਖ ਵਿਲਕਦਾ ਏ, ਇਸੇ ਪ੍ਰਕਾਰ ਦੇ ਨਾਲ ਜਿਹੜਾ ਪਰਮਾਤਮਾ ਨੂੰ ਭੁਲਾ ਦਿੰਦਾ ਏ ਉਹ ਵੀ ਮਨੁੱਖ ਵਿਲਕਦਾ ਏ। ਜਿਉਂ ਪੱਕਾ ਰੋਗੀ ਵਿਲ ਲਾਏ, ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੀ ਜਾਣੈ ਸਭ ਸੋਈ। ਰਹਾਉ, ਰਹਾਉ ਦੇ ਮਨ ਦੇ ਅੰਦਰ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਬਹੁਤਾ, ਇੱਥੇ ਧਿਆਨ ਦੇਣਾ ਹੈ ਕਿ ਬੱਬਾ ਹਾਹੀ ਨੂੰ ਔਂਕੜ ਤਤੀ ਨੂੰ ਕਰਨਾ। ਬਹੁਤਾ, ਹਾਹੀ ਨੂੰ ਔਂਕੜ ਲਗਾਈ ਗਈ ਹੈ, ਇਸਦਾ ਥੋੜਾ ਜਿਹਾ ਉਚਾਰਨ ਧਿਆਨ ਦੇ ਨਾਲ ਕਰਨਾ ਚਾਹੀਦਾ ਹੈ। ਬਹੁਤਾ ਬੋਲਣ ਝੱਖਣ ਹੋਏ, ਮਹਾਰਾਜ ਜੀ ਕਹਿੰਦੇ ਕਿ ਜਿਹੜੇ ਫਾਲਤੂ ਦਾ ਬੋਲਦੇ ਨੇ, ਕੀਤੇ ਦੀ ਉੱਤੇ ਸ਼ੰਕਾ ਕਰਦੇ ਨੇ, ਪਰਮਾਤਮਾ ਦੇ ਹੁਕਮ ਨੂੰ ਨਹੀਂ ਮੰਨਦੇ, ਉਹਨਾਂ ਦਾ ਬੋਲਣਾ ਮਾਨੋ ਇਵੇਂ ਹੈ ਕਿ ਜਿਵੇਂ ਹਵਾ ਦੇ ਵਿੱਚ ਊਲ ਜਲੂਲ ਕੋਈ ਬੋਲੀ ਜਾਵੇ, ਐਵੇਂ ਹੀ ਕੋਈ ਊਲ ਜਲੂਲ ਬੋਲੀ ਜਾਵੇ। ਜਿਹਦੇ ਮਨੁੱਖ ਕਿਸੇ ਦੇ ਆਪਣੇ ਹੱਥ ਵੱਸ ਕੁਝ ਵੀ ਨਹੀਂ, ਐਵੇਂ ਹੀ ਊਲ ਜਲੂਲ ਜਿਹੜਾ ਮਨੁੱਖ ਬੋਲਦਾ ਰਵੇ, ਉਹਦੇ ਬੋਲਣ ਨਾਲ ਕੀ ਹੋ ਜਾਵੇਗਾ? ਮੁਸ਼ਕਲ ਹੱਲ ਹੋ ਜਾਵੇਗੀ? ਨਹੀਂ, ਕੋਈ ਮੁਸ਼ਕਲ ਹੱਲ ਨਹੀਂ ਹੋਣੀ। ਮਹਾਰਾਜ ਜੀ ਕਹਿੰਦੇ ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ। ਉਹ ਬੋਲਣ ਤੋਂ ਬਗੈਰ ਵਾਹਿਗੁਰੂ ਪਰਮਾਤਮਾ ਜਾਣਦਾ ਹੈ। ਭਾਵ ਜੇ ਤੁਸੀਂ ਗੁੱਸੇ ਦੇ ਵਿੱਚ, ਹੰਕਾਰ ਦੇ ਵਿੱਚ ਬੋਲੋ ਪਰਮਾਤਮਾ ਦੇ ਨਾਲ, ਪਰਮਾਤਮਾ ਦੀ ਕੀਤੀ ਉੱਤੇ ਸ਼ੰਕਾ ਕਰੋ, ਪਰਮਾਤਮਾ ਨੂੰ ਤੁਸੀਂ ਤਾਨੇ ਦੇਵੋ, ਪਰਮਾਤਮਾ ਨੂੰ ਤੁਸੀਂ ਮਿਹਣੇ ਦੇਵੋ ਕਿ ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ, ਇਹ ਵਿਚਾਰ, ਇਹ ਗੱਲ ਜੇ ਤੁਸੀਂ ਪਰਮਾਤਮਾ ਦੇ ਨਾਲ ਕਰੋ। ਪਰ ਮਹਾਰਾਜ ਜੀ ਕਹਿਣ ਲੱਗੇ ਕਿ ਨਹੀਂ, ਵਿਣ ਬੋਲੇ, ਸਗੋਂ ਸਿਆਣੇ ਵੀ ਇਸ ਸੰਬੰਧ ਦੇ ਅੰਦਰ ਇਹੀ ਸਮਝਾਉਂਦੇ ਨੇ ਕਿ ਹਮੇਸ਼ਾ ਜਦੋਂ ਬੋਲਣਾ ਚਾਹੀਦਾ ਹੈ ਤੇ ਸਿਆਣੇ ਗੱਲ ਆਖਦੇ ਨੇ ਕਿ ਬੋਲਣ ਤੋਂ ਪਹਿਲਾਂ ਤੋਲੋ, ਬਾਅਦ ਵਿੱਚ ਬੋਲੋ। ਕਿਉਂਕਿ ਬੋਲੇ ਹੋਏ ਬੋਲ ਤੇ ਇੱਕ ਵਾਰ ਮੁੱਖ ਚੋਂ ਨਿਕਲ ਜੇ ਜਾਣ ਤੇ ਵਾਪਸ ਨਹੀਂ ਹੋ ਸਕਦੇ। ਜੇ ਇੱਕ ਵਾਰ ਕਿਸੇ ਨੂੰ ਅਸੀਂ ਮਾੜੇ ਬੋਲ, ਸਖਤ ਬੋਲ ਦਿੱਤੇ ਤੇ ਉਸ ਨੂੰ ਵਾਪਸ ਨਹੀਂ ਮੋੜਿਆ ਜਾ ਸਕਦਾ। ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ, ਇੱਥੇ ਵਾਵਾ ਹੈ, ਬਿਨ ਉਚਾਰਨ ਨਹੀਂ ਇਸਦਾ ਕਰਨਾ। ਵਿਣ ਵਾਵੇ ਦੇ ਨਾਲ ਵਿਣ, ਨਾਲੇ ਇੱਥੇ
ਦੋਨੇ ਅੱਖਰ ਬਾਣੀ ਦੇ ਅੰਦਰ ਬਿਨ ਸ਼ਬਦ ਵੀ ਹੈ ਤੇ ਵਿਣ ਵੀ ਹੈ। ਇੱਥੇ ਨਾਣਾ ਹੈ, ਨਾਣੇ ਦਾ ਉਚਾਰਨ ਨੰਨੇ ਦੇ ਵਾਂਗ ਨਹੀਂ ਕਰਨਾ। ਵਿਣ ਬੋਲੇ ਜਾਣੈ ਸਭ ਸੋਏ, ਆਮ ਕਰਕੇ ਨਾ ਸਮਝ ਹੋਣ ਕਰਕੇ ਇਵੇਂ ਸਮਝ ਲਿਆ ਜਾਂਦਾ ਕਿ ਸ਼ਾਇਦ ਵਿਣ ਬੋਲੇ ਜਾਣੈ ਸਭ ਕੋਈ ਹੋਵੇਗਾ, ਪਰ ਇੱਥੇ ਸੋਈ ਸ਼ਬਦ ਹੈ, ਇਹ ਵੀ ਧਿਆਨ ਦੇਣਾ ਹੈ। ਵਿਣ ਬੋਲੇ ਜਾਣੈ ਸਭ ਸੋਈ, ਉਹ ਬੋਲਣ ਤੋਂ ਬਗੈਰ ਜਾਣਦਾ ਹੈ। ਉਹ ਦਿਲਾਂ, ਉਹ ਸਾਡੇ ਹਰ ਇੱਕ ਮਨ ਦੀ ਗੱਲ ਨੂੰ ਜਾਣਦਾ, ਅੰਤਰਜਾਮੀ ਹੈ। ਰਹਾਓ, ਰਹਾਓ ਦਾ ਭਾਵ ਕੋ ਠਹਿਰੋ। ਜਿਨ ਕੰਨ ਕੀਤੀ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਸ ਉਸ ਵਾਹਿਗੁਰੂ ਪਰਮਾਤਮਾ ਨੇ ਇਹ ਸਾਨੂੰ ਕੰਨ ਦਿੱਤੇ ਨੇ, ਇਹ ਅੰਗ ਦਿੱਤੇ ਨੇ। ਜਿਨ ਕੰਨ ਕੀਤੀ ਅੱਖੀ ਨਾਕ, ਅੱਖੀ ਦਾ ਭਾਵ ਅੱਖਾਂ, ਇਹ ਨਾਕ ਨਾਸਕਾ, ਸੁੰਘਣ ਦੇ ਵਾਸਤੇ ਇਹ ਨਾਸਕਾ ਦਿੱਤੀ ਹੈ। ਜਿਨ, ਜਿਨ ਦੇ ਨੰਨੇ ਨੂੰ ਸਿਆਰੀ ਹੈ, ਭਾਵ ਜਿਸ ਪਰਮਾਤਮਾ ਨੇ ਇੱਕ ਹੈ, ਕਿਉਂਕਿ ਪਰਮਾਤਮਾ ਇੱਕ ਹੈ, ਇਸ ਕਾਰਨ ਕਰਕੇ ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਸ ਪਰਮਾਤਮਾ ਨੇ ਇਹ ਸਾਨੂੰ ਜਿਹਵਾ ਦਿੱਤੀ ਹੈ ਬੋਲਣ ਦੇ ਵਾਸਤੇ, ਮਿੱਠੇ ਬੋਲ, ਕੁਝ ਨਾ ਕੁਝ ਬੋਲਣ ਦੇ ਵਾਸਤੇ ਜਿਹਵਾ ਦਿੱਤੀ ਹੈ, ਅਸੀਂ ਇਸ ਜੀਭਾ ਦੇ ਨਾਲ ਦਿੱਤੀ ਬੋਲੇ ਤਾਤ। ਪਤਾ ਨਹੀਂ ਕਿੰਨੇ ਸ਼ਬਦ ਬੋਲਦੇ ਹਾਂ, ਸਾਰਾ ਦਿਨ ਇਸ ਜ਼ੁਬਾਨ ਦੇ ਨਾਲ ਬੋਲਦੇ ਰਹਿੰਦੇ ਹਾਂ। ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਇਸ ਸਰੀਰ ਨੂੰ ਚਲਾਉਣ ਦੇ ਵਾਸਤੇ ਮਹਾਰਾਜ ਜੀਆਂ ਨੇ ਪਵਨ ਦਾ, ਹਵਾ ਦਾ ਆਸਰਾ ਦਿੱਤਾ ਹੈ। ਵਾਜੈ ਪਵਨ ਆਖੈ ਸਭ ਜਾਏ। ਮਹਾਰਾਜ ਜੀ ਕਹਿੰਦੇ ਪਵਨ ਅੰਦਰੋਂ ਆਉਂਦੀ ਜਾਂਦੀ ਹੈ ਤੇ ਮਨੁੱਖ ਬੋਲਦਾ ਏ। ਜੇ ਹਵਾ ਨਾ ਹੋਵੇ, ਜਿਸ ਨੂੰ ਸਵਾਸ ਨਾ ਮਿਲਣ ਤੇ ਮਨੁੱਖ ਬੋਲ ਚਾਲ ਨਾ ਕਰ ਸਕੇ, ਮਨੁੱਖ ਮ੍ਰਿਤਕ ਹੋ ਜਾਵੇ। ਜਿਵੇਂ ਸਾਜ਼ ਹੁੰਦੇ ਨੇ, ਅਨੇਕਾਂ ਸਾਜ਼, ਜਿਵੇਂ ਹਾਰਮੋਨੀਅਮ ਵਗੈਰਾ, ਉਹਦੇ ਵਿੱਚ ਹਵਾ ਭਰੀ ਜਾਵੇਗੀ, ਹਵਾ ਅੰਦਰ ਜਾਵੇਗੀ ਤਦੋਂ ਆਵਾਜ਼ ਆਵੇਗੀ। ਇਸੇ ਤਰ੍ਹਾਂ ਸਾਡੇ ਅੰਦਰ ਵੀ ਹਵਾ ਜਾਵੇਗੀ ਤਦੋਂ ਕੋਈ ਆਵਾਜ਼ ਆਵੇਗੀ, ਨਹੀਂ ਤਾਂ ਆਵਾਜ਼ ਨਹੀਂ ਆਉਂਦੀ। ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਜੇਤਾ ਮੋਹ ਪ੍ਰੀਤ, ਇੱਥੇ ਪ੍ਰੀਤ ਉਚਾਰਨ ਨਹੀਂ ਕਰਨਾ, ਪੂਰੇ ਰਾਰੇ ਦੀ ਵਰਤੋਂ ਗੁਰਦੇਵ ਮਹਾਰਾਜ ਜੀ ਨੇ ਕੀਤੀ ਹੈ। ਮਹਾਰਾਜ ਜੀ ਕਹਿੰਦੇ ਜੋ ਵੀ ਸਾਨੂੰ ਸੰਸਾਰ ਦੇ ਅੰਦਰ ਮੋਹ, ਸਾਡੀ ਜਿਹੜੀ ਖਿੱਚ ਹੈ ਬਾਲ ਬੱਚਿਆਂ ਦੇ ਨਾਲ, ਟੱਬਰ ਟੀਰ ਦੇ ਨਾਲ, ਬਾਲਾਂ ਦੇ ਨਾਲ, ਦੁਨਿਆਵੀ ਧੰਦਿਆਂ ਦੇ ਨਾਲ, ਇਹ ਸਾਰੀ ਹੀ ਸਾਡੇ ਮਸਤਕ ਮੂੰਹ ਦੇ ਉੱਤੇ ਕਾਲਖ ਦੇ ਵਾਂਗ ਹੈ, ਇਹ ਕੰਮ ਆਉਣ ਵਾਲੀ ਕੋਈ ਨਹੀਂ। ਜਿੰਨੇ ਪਦਾਰਥ ਕਮਾਏ ਨੇ, ਗੁਰੂ ਨੇ, ਪਰਮਾਤਮਾ ਨੇ ਸ਼ਾਬਾਸ਼ ਨਹੀਂ ਦੇਣੀ ਕਿ ਤੂੰ ਪਦਾਰਥ ਬਹੁਤੇ ਕਮਾਏ ਨੇ। ਸਭਾ ਕਾਲਖ ਦਾਗਾ ਦਾਗ। ਮਹਾਰਾਜ ਜੀ ਕਹਿੰਦੇ ਇਹੀ ਕੀਤੇ ਹੋਏ ਮਾੜੇ ਕਰਮਾਂ ਦਾ ਦਾਗ ਲੈ ਕੇ ਮਨੁੱਖ ਵਾਹਿਗੁਰੂ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਵੀ ਇਸੇ ਤਰ੍ਹਾਂ ਚਲਿਆ ਜਾਂਦਾ। ਦਾਗ ਦੋਸ਼ ਮੋਹ ਚਲਿਆ ਲਾਏ। ਦਾਗ, ਦੋਸ਼, ਦੋਸ਼ ਦਾ ਭਾਵ ਅਨੇਕਾਂ ਪ੍ਰਕਾਰ ਦੇ ਇਲਜ਼ਾਮ, ਅਨੇਕਾਂ ਪ੍ਰਕਾਰ ਦੇ ਮਾੜੇ ਕੁਕਰਮ ਕਰਦਾ ਇਸ ਸੰਸਾਰ ਦੇ ਅੰਦਰ। ਦਾਗ ਦੋਸ਼ ਮੋਹ ਚੱਲਿਆ ਲਾਏ, ਮੂੰਹ ਦੇ ਉੱਤੇ ਇਵੇਂ ਲੈ ਕੇ ਸੰਸਾਰ ਦੇ ਵਿੱਚ ਚਲਿਆ ਜਾਂਦਾ ਹੈ। ਦਰਗਾਹ ਬੈਸਣ ਨਾ ਹੀ ਜਾਏ, ਪਰ ਦਰਗਾਹ ਦੇ ਵਿੱਚ ਢੋਈ ਨਹੀਂ ਇਵੇਂ ਮਿਲੇਗੀ। ਬੈਸਣ ਦਾ ਭਾਵ ਢੋਈ। ਬਾਣੀ ਦੇ ਅੰਦਰ ਇਹ ਸ਼ਬਦ ਵੀ ਵਰਤਿਆ ਗਿਆ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ। ਬੈਸਣ ਦਾ ਭਾਵ ਬੈਠਣਾ, ਦਰਗਾਹ। ਬੈਸਣ ਨਾ ਹੀ ਜਾਏ, ਕਹਿੰਦੇ ਕਿ ਜੇ ਮਾੜੇ ਕੰਮ ਕੀਤੇ ਨੇ, ਦੋਸ਼ ਨੇ, ਕਹਿੰਦੇ ਉਹਦੇ ਦਰਗਾਹ ਦੇ ਵਿੱਚ ਢੋਈ ਨਹੀਂ ਮਿਲ ਸਕਦੀ। ਫਿਰ ਅੰਤ ਦੇ ਅੰਦਰ ਇਸ ਪਾਵਨ ਗੁਰ ਸ਼ਬਦ ਦੀ ਮਹਾਰਾਜ ਜੀ ਸਮਾਪਤੀ ਕਰਦੇ ਨੇ। ਕਰਮ ਮਿਲੈ ਆਖਣ ਤੇਰਾ ਨਾਮ। ਕਰਮ ਦਾ ਭਾਵ ਬਖਸ਼ਿਸ਼। ਕਹਿੰਦੇ ਕਰਮ ਤੇਰੇ ਬਖਸ਼ਿਸ਼ ਦੇ ਰਾਹੀਂ ਹੀ ਮੈਂ ਤੇਰਾ ਨਾਮ ਆਖ ਸਕਦਾ ਹਾਂ। ਜਦੋਂ ਤੇਰੀ ਬਖਸ਼ਿਸ਼ ਨਹੀਂ, ਜੇ ਤੇਰੀ ਰਹਿਮਤ ਨਹੀਂ, ਤੇ ਤੇਰੇ ਨਾਮ ਨੂੰ ਵੀ ਆਰਾਧਨ ਨਹੀਂ ਮੈਂ ਕਰ ਸਕਦਾ। ਕਰਮ ਮਿਲੈ ਆਖਣ ਤੇਰਾ ਨਾਮ, ਜਿਤ ਲਗ ਤਰਨਾ ਹੋਰ ਨਹੀਂ ਥਾਉ। ਤੇਰੇ ਨਾਮ ਦੇ ਨਾਲ ਲੱਗ ਕੇ ਹੀ ਮੈਂ ਤਰ ਸਕਦਾ ਹਾਂ। ਕਹਿੰਦੀ ਤੇਰੇ ਨਾਮ ਤੋਂ ਬਗੈਰ ਹੋਰ ਕੋਈ ਜਰੀਆ ਨਹੀਂ, ਹੋਰ ਕੋਈ ਸਹਾਰਾ ਨਹੀਂ ਸੰਸਾਰ ਦੇ ਵਿੱਚੋਂ ਤਰਨ ਦਾ। ਜਿਤ ਲਗ ਤਰਨਾ ਹੋਰ ਨਹੀਂ ਥਾਉ। ਹੋਰ ਕਹਿੰਦੇ
जगह नहीं, होर कोई सहारा नहीं, कोई वल ही नहीं तेरे नाम तो बगैर। जी को डूबे फिर होवे सार। ਜਿਹੜਾ ਕਹਿੰਦੇ ਡੁੱਬਦਾ ਹੋਵੇ ਜੀ, ਉਸ ਨੂੰ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਸਹਾਰਾ ਮਿਲ ਜਾਵੇ। ਜੀ ਕੋ ਡੂਬੈ ਫਿਰ ਹੋਵੇ ਸਾਰ। ਜੋ ਅਰਦਾਸ ਬੇਨਤੀ ਕਰੇ, ਅਰਦਾਸ ਬੇਨਤੀ ਕਰੇ ਤੇ ਉਸ ਨੂੰ ਕੀ ਨਹੀਂ ਪ੍ਰਾਪਤ ਹੋ ਸਕਦਾ। ਨਾਨਕ ਸਾਚਾ ਸਰਬਦਾਤਾਰ ਇਸ ਅੰਤਲੇ ਸ਼ਬਦ ਦੇ ਅੰਦਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਉਹ ਦਾਤਾਰ ਪਾਤਸ਼ਾਹ, ਉਹ ਵਾਹਿਗੁਰੂ ਪਰਮਾਤਮਾ, ਉਹ ਸੱਚਾ ਹੈ। ਨਾਨਕ ਸਾਚਾ ਸਰਬ ਦਾਤਾਰ, ਦਾਤਾਰ ਦਾ ਭਾਵ ਦਾਤਾ, ਇੱਥੇ ਦਾਤਾਰ ਨਹੀਂ ਪੜ੍ਹਨਾ, ਇਸ ਨੂੰ ਦਾਤਾਰ, ਦੱਦੇ ਨੂੰ ਕਰਨਾ ਵੀ, ਤੱਤੇ ਨੂੰ ਕਰਨਾ ਵੀ। ਨਾਨਕ ਸਾਚਾ ਸਰਬ ਦਾਤਾਰ, ਉਹ ਸੱਚਾ ਹੈ, ਉਹਦੇ ਅੰਦਰ ਕਿਸੇ ਵੀ ਪ੍ਰਕਾਰ ਦਾ ਝੂਠ ਰੰਚਕ ਮਾਤਰ ਨਹੀਂ ਹੈ। ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ। ਉਸ ਪਰਮਾਤਮਾ ਦੇ ਭੰਡਾਰੇ ਸਾਰਿਆਂ ਦੇ ਵਾਸਤੇ ਖੁੱਲੇ ਨੇ। ਇੱਥੇ ਇਸ ਪਾਵਨ ਗੁਰ ਸ਼ਬਦ ਦਾ ਸਮਾਪਤੀ ਹੁੰਦੀ ਹੈ। ਇਸ ਤੋਂ ਅਗਲੇਰਾ ਪਾਵਨ ਗੁਰ ਸ਼ਬਦ ਗੁਰਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਧਨਾਸਰੀ ਮਹੱਲਾ ਪਹਿਲਾ। ਚੋੜ ਸਲਾਹੇ ਚੀਤ ਨਾ ਭੀਜੈ, ਜੇ ਬਦੀ ਕਰੇ ਤਾਂ ਤਸੂ ਨਾ ਚੀਜੈ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਚੋਰ ਸਲਾਹੇ ਚੀਤ ਨਾ ਭੀਜੈ, ਕਹਿ ਲੱਗੇ ਇੱਕ ਮਾੜਾ ਵਿਅਕਤੀ ਚੋਰ ਸਲਾਹੇ ਚੀਤ ਨਾ ਭੀਜੈ। ਕਹਿੰਦੇ ਪਰ ਜੇ ਉਹ ਆਪਣੇ ਮਾੜੇ ਕੰਮਾਂ ਤੋਂ ਤੌਬਾ ਨਾ ਕਰੇ, ਦਰ ਤੇ ਪ੍ਰਵਾਨ ਨਹੀਂ ਹੋ ਸਕਦਾ। ਜੇ ਉਹ ਪ੍ਰਮਾਤਮਾ ਦਾ ਆਰਾਧਨ ਕਰੇ ਪਰ ਆਪਣੇ ਮਾੜੇ ਕਰਮ ਨਾ ਛੱਡੇ, ਤੇ ਦਰ ਤੇ ਕਿਵੇਂ ਪ੍ਰਮਾਣ ਹੋ ਸਕਦਾ ਜਦੋਂ ਤੱਕ ਆਪਣੇ ਮਾੜੇ ਕਰਮਾਂ ਨੂੰ ਨਹੀਂ ਛੱਡਦਾ। ਜੇ ਬਦੀ ਕਰੇ ਤਾਂ ਤਸੂ ਨਾ ਚੀਜੈ, ਜਦੋਂ ਤੱਕ ਆਪਣੇ ਮਾੜੇ ਕਰਮਾਂ ਤੋਂ ਛੁਟਕਾਰਾ ਨਹੀਂ ਕਰਦਾ। ਚੋਰ ਕੀ ਹਾਮਾ ਭਰੇ ਨਾ ਕੋਈ, ਕਹਿੰਦੇ ਚੋਰ ਦੀ ਹਾਮਾ, ਚੋਰ ਦੀ ਗਵਾਹੀ ਨਹੀਂ ਕੋਈ ਭਰਦਾ। ਗੁਰੂ ਵੀ ਗਵਾਹੀ ਨਹੀਂ ਭਰਦਾ ਚੋਰ ਦੀ, ਬੁਰਿਆਰ ਦੀ। ਗੁਰੂ ਤੇ ਚੰਗਿਆਂ ਦੀ ਗਵਾਹੀ ਭਰਦਾ ਹੈ, ਚੰਗਿਆਂ ਦੀ ਪਿੱਠ ਥਾਪੜਦਾ ਹੈ। ਚੋਰ ਕੀਆ ਚੰਗਾ ਕਿਉਂ ਹੋਏ, ਚੋਰ ਦਾ ਕੀਤਾ ਹੋਇਆ ਚੰਗਾ ਕਿਵੇਂ ਹੋ ਸਕਦਾ ਹੈ। ਸੁਣ ਮਨ ਅੰਧੇ ਕੁੱਤੇ ਕੂੜਿਆਰ, ਬਿਨ ਬੋਲੇ ਬੂਝੀਐ ਸਚਿਆਰ ਰਹਾਓ। ਹੇ ਮੇਰੇ ਮਨ, ਹੁਣ ਇਸ ਸ਼ਬਦ ਦੇ ਅੰਦਰ ਮਨ ਨੂੰ ਕੁੱਤਾ ਵੀ ਮਹਾਰਾਜ ਜੀ ਕਹਿੰਦੇ ਨੇ ਕਿ ਜਿਵੇਂ ਕੁੱਤੇ ਦੇ ਅੰਦਰ ਅਤ ਦਰਜੇ ਦਾ ਲਾਲਚ ਹੁੰਦਾ ਹੈ, ਕਹਿੰਦੇ ਉਸ ਤਰੀਕੇ ਦਾ ਇਸ ਸਾਡੇ ਮਨ ਦੇ ਅੰਦਰ ਵੀ ਲਾਲਚ ਹੈ। ਮਨ ਵੀ ਲਾਲਚੀ ਹੋ ਕੇ ਬੈਠਾ ਹੋਇਆ ਹੈ। ਕੂੜਿਆਰ, ਇੱਥੇ ਕੁੜਿਆਰ ਅਰਥ ਇਹਦਾ ਉਚਾਰਨ ਨਹੀਂ ਕਰਨਾ, ਸਗੋਂ ਕੱਕੀ ਨੂੰ ਦਲੈਂਕੜਾਂ ਦੀ ਵਰਤੋਂ ਹੈ। ਕੂੜਿਆਰ। ਸੁਣ ਮਨ ਅੰਧੇ ਕੁੱਤੇ ਕੂੜਿਆਰ, ਬਿਨ ਬੋਲੇ ਬੂਝੀਐ ਸਚਿਆਰ। ਉਸ ਪਰਮਾਤਮਾ ਨੂੰ ਬੁੱਝਣਾ ਕਰੋ ਤਾਂ ਤੁਸੀਂ ਸਚਿਆਰ ਹੋ ਸਕਦੇ ਹੋ। ਰਹਾਓ। ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾ ਮੁੱਲ ਏਕ ਦੁਗਾਣਾ। ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾ ਮੁੱਲ ਏਕ ਦੁਗਾਣਾ। ਜੇ ਸਾਥ ਰਖੀਐ ਦੀਜੈ ਰਲਾਏ, ਦੀਜੈ ਜਾਂ ਪਰਖੀਐ ਖੋਟਾ ਹੋਏ ਜਾਏ। ਜੈਸਾ ਕਰੇ ਸੋ ਤੈਸਾ ਪਾਵੈ, ਆਪ ਬੀਜ ਆਪੇ ਹੀ ਖਾਵੈ। ਜਿਹੋ ਜਿਹਾ ਕੋਈ ਬੀਜਦਾ ਏ ਉਹ ਜਿਹਾ ਉਸਨੂੰ ਵੱਢਣਾ ਪੈਂਦਾ ਏ। ਜੈਸਾ ਕਰੇ ਸੋ ਤੈਸਾ ਪਾਵੈ, ਆਪ ਬੀਜ ਆਪੇ ਹੀ ਖਾਵੈ। ਉਹ ਆਪ ਜਿਹੋ ਜਿਹਾ ਮਨੁੱਖ ਬੀਜਦਾ ਏ ਉਸਨੂੰ ਫਲ ਵੀ ਉਹੋ ਜਿਹੀ ਦੀ ਪ੍ਰਾਪਤੀ ਹੁੰਦੀ ਹੈ। ਜੀ ਵਡਿਆਈਆਂ ਆਪੇ ਖਾਏ, ਜਿਹੀ ਸੁਰਤ ਤੇ ਹੈ ਰਾਹ ਜਾਏ। ਜੇ ਪਰਮਾਤਮਾ ਦੀ ਵਡਿਆਈਆਂ ਕਰਦਾ ਤੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਜਿਹੋ ਜਿਹੀ ਕਿਸੇ ਮਨੁੱਖ ਦੀ ਸੁਰਤ ਹੈ, ਜਿਹੋ ਜਿਹੇ ਕਿਸੇ ਮਨੁੱਖ ਦਾ ਸੁਭਾਅ ਹੈ, ਉਹ ਜਿਹਾ ਉਸ ਨੂੰ ਰਾਹ ਪ੍ਰਾਪਤ ਹੁੰਦਾ ਹੈ। ਜੇ ਸੌ ਕੂੜੀਆਂ ਕੂੜ ਕਬਾੜ, ਭਾਵੈ ਸਭ ਆਖੋ ਸੰਸਾਰ।
ਇਸ ਪਾਵਨ ਗੁਰ ਸ਼ਬਦ ਦੀ ਅੰਤਲੀ ਪੰਕਤੀ ਹੈ ਇਹ, ਜੇ ਸੌ ਕੂੜੀਆਂ ਕੂੜ ਕਬਾੜ ਮਨੁੱਖ ਜੇ ਝੂਠ ਆਪਣੇ ਜੀਵਨ ਦੇ ਅੰਦਰ ਇਕੱਠਾ ਕਰ, ਝੂਠ ਨੂੰ ਇਕੱਠਾ ਕਰਦਾ ਫਿਰੇ, ਕਹਿੰਦੇ ਕਿ ਇੰਜ ਗੱਲ ਨਹੀਂ ਬਣਨੀ। ਭਾਵੈ ਸਭ ਆਖੋ ਸੰਸਾਰ, ਤੁਧ ਭਾਵੈ ਅੱਧੀ ਪਰਵਾਨ। ਪਰ ਜਿਹੜਾ ਚੰਗੀ ਕਮਾਈ ਨੇਕ ਕਮਾਈ ਕਰੇ, ਉਹਦਾ ਪਰਮਾਤਮਾ ਦੇ ਦਰ ਦੇ ਉੱਤੇ ਤਿਲ ਮਾਤਰ ਵੀ ਉਹ ਪ੍ਰਵਾਨ ਹੈ। ਪਰ ਦੂਜੇ ਬੁਰੇ ਕੰਮਾਂ ਦੇ ਨਾਲ ਭਾਵੇਂ ਕਿੰਨਾ ਧਨ ਵੀ ਮਨੁੱਖ ਦੇ ਦਰ ਦੇ ਉੱਤੇ ਭੇਟਾ ਕਰਦਾ ਫਿਰੇ, ਪਰ ਉਹਦੇ ਦਰ ਤੇ ਪ੍ਰਵਾਨ ਨਹੀਂ ਹੋ ਸਕਦਾ। ਤੁਧ ਭਾਵੈ ਅੱਧੀ ਪ੍ਰਵਾਨ, ਨਾਨਕ ਜਾਣੈ ਜਾਣ ਸੁਜਾਨ। ਕਹਿੰਦੇ ਕਿ ਜਾਣੈ ਦਾ ਭਾਵ ਜਾਣਦਾ ਹੈ, ਜਾਣ ਦਾ ਭਾਵ ਸਿਆਣਾ, ਸੁਜਾਨ ਦਾ ਭਾਵ ਹੋਰ ਜ਼ਿਆਦਾ ਸਿਆਣਾ। ਕਹਿੰਦੇ ਉਹਦੇ ਵਰਗਾ ਸਿਆਣਾ ਸੰਸਾਰ ਦੇ ਉੱਤੇ ਹੋਰ ਕੋਈ ਨਹੀਂ। ਉਹ ਸਾਨੂੰ ਵੀ ਸਿਆਣਪ ਦੇਣ ਵਾਲਾ ਉਹੀ ਹੈ ਜਿਹਨੇ ਸਾਨੂੰ ਸਿਆਣਪ ਦਿੱਤੀ ਹੈ। ਸੁਭਾਵਿਕ ਹੀ ਉਹ ਬਹੁਤ ਸਿਆਣਾ ਹੋਵੇਗਾ, ਇਸ ਲਈ ਉਹ ਸਾਰਿਆਂ ਦਾ ਸ਼੍ਰੋਮਣੀ ਹੈ, ਉਹ ਸਾਰਿਆਂ ਨੂੰ ਸਿਆਣਪ ਦੇਣ ਵਾਲਾ ਹੈ। ਅਗਲੇਰਾ ਪਾਵਨ ਗੁਰ ਸ਼ਬਦ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਸ੍ਰੀ ਰਾਗ ਮਹੱਲਾ ਧਨਾਸਰੀ ਮਹੱਲਾ ਪਹਿਲਾ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੀ ਲੇਖ ਨਾ ਪੜੈ ਇਆਣਾ। ਦਰਗਾ ਘੜੀ ਹੈ ਤੀਨੇ ਲੇਖ, ਖੋਟਾ ਕਾਮ ਨ ਆਵੈ ਵੇਖ। ਕਾਇਆ ਕਾਗਦ ਮਨ ਪਰਵਾਣਾ, ਧਨਾਸਰੀ ਰਾਗ ਦਾ ਇਹ ਅਗਲੇਰਾ ਸ਼ਬਦ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੀ ਲੇਖ ਨਾ ਪੜ੍ਹੈ ਇਆਣਾ। ਕਹਿੰਦਾ ਕਿ ਜੋ ਉਸਨੇ ਪਰਮਾਤਮਾ ਨੇ ਲੇਖ ਲਿਖੇ ਨੇ, ਉਹਦੇ ਹੁਕਮ ਨੂੰ ਸਮਝਦਾ ਨਹੀਂ ਇਹ ਮੂਰਖ ਮਨ। ਦਰਗਾਹ ਘੜੀ ਹੈ ਤੀਨੇ ਲੇਖ, ਖੋਟਾ ਕਾਮ ਨ ਆਵੈ ਵੇਖ। ਉਸ ਪਰਮਾਤਮਾ ਦੇ ਲੇਖਾਂ ਦੇ ਉੱਤੇ, ਉਹਦੀ ਮਨੁੱਖ ਦੇ ਕੀਤੇ ਕਰਮਾਂ ਦੇ ਉੱਤੇ ਹਿਸਾਬ ਹੁੰਦਾ ਹੈ। ਦਰਗਾਹ ਘੜੀ ਹੈ ਤੀਨੇ ਲੇਖ, ਖੋਟਾ ਕਾਮ ਨਾ ਆਵੈ ਵੇਖ। ਖੋਟਾ ਸਿੱਕਾ ਕਿਤੇ ਵੀ ਪ੍ਰਵਾਨ ਨਹੀਂ ਹੁੰਦਾ, ਖੋਟਾ ਮਨੁੱਖ ਉਸ ਨੂੰ ਦਰ ਤੇ ਢੋਈ ਨਹੀਂ ਮਿਲਦੀ। ਕਹਿੰਦੇ ਇਸ ਗੱਲ ਨੂੰ ਭਾਵੇਂ ਵੇਖ ਲਵੋ ਤੁਸੀਂ। ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖੇ ਸਭ ਕੋਏ ਰਹਾਉ। ਰਹਾਉ ਦੇ ਮਨ ਦੇ ਅੰਦਰ ਮਹਾਰਾਜ ਜੀ ਕਹਿੰਦੇ ਜੇ ਜਿਹੜੀ ਗੱਲ ਸਿਆਣੇ ਆਖਦੇ ਨੇ, ਜਿਹਦੀ ਕੋਠੇ ਦਾਣੇ ਉਹਦੇ ਕੰਮ ਲਈ ਵੀ ਸਿਆਣੇ। ਨਾਨਕ ਜੇ ਵਿੱਚ ਰੂਪਾ ਹੋਏ, ਜੇ ਕਹਿੰਦੇ ਕਿਸੇ ਮਨੁੱਖ ਦੇ ਕੋਲ ਧਨ ਹੈ, ਪਦਾਰਥ ਹੈ, ਤੇ ਹਰ ਕੋਈ ਉਸਨੂੰ ਖਰਾ ਆਖਦਾ ਹੈ, ਬੜਾ ਸਿਆਣਾ ਆਖਦਾ ਹੈ। ਰੂਪਾ ਦਾ ਭਾਵ ਚਾਂਦੀ, ਰੂਪਾ ਦਾ ਭਾਵ ਪੈਸਾ ਧਨ। ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖੈ ਸਭ ਕੋਈ ਰਹਾਉ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ। ਇੱਥੇ ਸ਼ਬਦ ਹੈ ਕਾਦੀ, ਨਾ ਕਿ ਕਾਜ਼ੀ। ਕਾਦੀ ਦਾ ਅਰਥ ਕਾਜ਼ੀ ਹੀ ਹੈ। ਕਾਦੀ ਕੂੜ ਬੋਲ ਮਲ ਖਾਏ, ਜੱਜਾ ਦੱਦੇ ਦੇ ਵਿੱਚ ਬਦਲ ਗਿਆ, ਇਸ ਲਈ ਕਾਜ਼ੀ ਤੋਂ ਕਾਦੀ ਬਣ ਗਿਆ। ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੈ ਜੀਆਂ ਘਾਏ। ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਜਾੜੇ ਕਾ ਬੰਧ। ਇੱਥੇ ਪਹਿਲੇ ਪਾਤਸ਼ਾਹ ਜੀ ਕਹਿੰਦੇ ਕਿ ਸਮਾਜ ਦੇ ਤਿੰਨ ਆਗੂ ਨੇ, ਜਿਨ੍ਹਾਂ ਦੇ ਅੰਦਰ ਕਾਜ਼ੀ ਹੈ, ਬਾਹਮਣ ਹੈ ਤੇ ਜੋਗੀ ਹੈ। ਇਹਨਾਂ ਤਿੰਨਾਂ ਨੇ ਹੀ ਸੰਸਾਰ ਨੂੰ, ਸਮਾਜ ਦੀ ਅਗਵਾਈ ਕਰਨੀ ਸੀ। ਕਾਜ਼ੀ ਰਿਸ਼ਵਤੀ ਹੋ ਗਿਆ ਹੈ, ਬ੍ਰਾਹਮਣ ਨੂੰ ਆਪਣੇ ਘਰ ਦੀ ਫਿਕਰ ਪਈ ਹੈ, ਉਹ ਜੀਵਾਂ ਦਾ ਘਾਣ ਕਰ ਰਿਹਾ ਹੈ, ਉਸ ਨੂੰ ਕਿਸੇ ਦੀ ਇੱਜ਼ਤ ਪੱਤ ਦੇ ਨਾਲ ਕੋਈ ਵਾਹ ਵਾਸਤਾ ਨਹੀਂ। ਤੇ ਜੋਗੀ ਉਹ ਇਸ ਸਮਾਜ ਨੂੰ ਛੱਡ ਕੇ ਪਹਾੜਾਂ ਦੇ ਵਿੱਚ ਚਲੇ ਗਏ। ਕਹਿੰਦੇ ਕਿ ਹੁਣ ਸੰਸਾਰ ਨੂੰ, ਸਮਾਜ ਨੂੰ ਬਚਾਵੇਗਾ ਕੌਣ? ਕੋਈ ਵੀ ਨਹੀਂ। ਤਿੰਨੇ ਉਜਾੜੇ ਕਾ ਬੰਦ, ਇਹ ਤਿੰਨੇ ਹੀ ਜਿਹੜੇ ਲੋਕ ਨੇ ਸਮਾਜ ਨੂੰ ਉਜਾੜਨ ਦਾ ਕੰਮ ਕਰ ਰਹੇ ਨੇ। ਇਹਨਾਂ ਨੇ ਹੀ ਸਮਾਜ ਨੂੰ ਵਸਾਉਣਾ ਸੀ, ਮਨੁੱਖਤਾ ਨੂੰ, ਲੋਕਾਂ ਨੂੰ ਸਿੱਧੇ ਰਾਹੇ ਪਾਉਣਾ ਸੀ, ਪਰ ਇਹੀ ਉਜੜੇ ਰਸਤੇ ਤੇ ਮਾੜੇ ਰਸਤੇ ਤੇ ਪਏ ਹੋਏ ਨੇ। ਤੀਨੇ ਦਾ ਭਾਵ ਤਿੰਨੇ ਹੀ, ਕਿਹੜੇ ਕਿਹੜੇ? ਕਾਜ਼ੀ, ਬ੍ਰਾਹਮਣ ਤੇ ਜੋਗੀ। ਸੋ ਜੋਗੀ ਜੋ ਜੁਗਤ ਪਛਾਣੈ, ਗੁਰ ਪ੍ਰਸਾਦੀ ਇੱਕੋ ਜਾਣੈ।
ਸੋ ਕਹਿੰਦੇ ਕਿ ਜੋਗੀ ਅਸਲ ਦੇ ਵਿੱਚ ਉਹ ਹੈ ਜਿਹਨੇ ਘਰ ਬਾਰ ਨੂੰ ਛੱਡ ਦਿੱਤਾ, ਉਹ ਜੋਗੀ ਨਹੀਂ। ਜੋ ਜੁਗਤ ਪਛਾਣੈ, ਜਿਹੜਾ ਅਸਲ ਜੀਵਨ ਜੁਗਤ ਨੂੰ ਪਛਾਣਦਾ, ਜਿਹੜਾ ਸਮਝਦਾ ਕਿ ਮੈਂ ਸੰਸਾਰ ਉੱਤੇ ਕੀ ਕਰਨ ਆਇਆ, ਆਪ ਜਪਾਂ ਤੇ ਦੂਜਿਆਂ ਨੂੰ ਵੀ ਜਪਾਵਾਂ, ਆਪ ਚੰਗੇ ਰਸਤੇ ਦੇ ਉੱਤੇ ਤੁਰਾਂ ਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰਾਂ, ਉਹ ਜੋਗੀ ਹੈ ਅਸਲ ਦੇ ਵਿੱਚ। ਗੁਰ ਪ੍ਰਸਾਦੀ ਏਕੋ ਜਾਣੈ, ਗੁਰੂ ਦੀ ਕਿਰਪਾ ਦੇ ਨਾਲ ਇੱਕ ਪਰਮਾਤਮਾ ਨੂੰ ਜਾਣੇ, ਉਹਦੇ ਨਾਲ ਸਾਂਝ ਬਣਾਵੇ। ਕਾਜ਼ੀ ਸੋ ਜੋ ਉਲਟੀ ਕਰੈ, ਗੁਰ ਪ੍ਰਸਾਦੀ ਜੀਵਤ ਮਰੈ। ਕਾਜ਼ੀ ਕੌਣ ਹੈ? ਜਿਹੜਾ ਸੰਸਾਰੀ ਖਾਹਿਸ਼ਾਂ ਤੋਂ ਉਲਟ ਹੋ ਜਾਵੇ, ਜੋ ਦੁਨੀਆ ਆਖਦੀ ਉਹਦੀ ਅਨੁਸਾਰ ਨਾ ਕਰੇ। ਗੁਰ ਪ੍ਰਸਾਦੀ ਜੀਵਤ ਮਰੈ, ਗੁਰੂ ਦੀ ਕਿਰਪਾ ਦੇ ਨਾਲ ਦੁਨਿਆਵੀ ਖਾਹਿਸ਼ਾਂ ਤੋਂ ਮਰ ਜਾਵੇ, ਮਨ ਦੇ ਅੰਦਰ ਵਿਕਾਰ ਪੈਦਾ ਨਾ ਹੋਣ। ਸੋ ਬ੍ਰਾਹਮਣ ਕੌਣ ਹੈ? ਜੋ ਬ੍ਰਹਮ ਵਿਚਾਰੈ, ਬ੍ਰਹਮ ਦੀ ਵਿਚਾਰ ਕਰੇ। ਆਪ ਧਰੈ ਸਗਲੇ ਕੁਲ ਤਾਰੈ, ਉਹ ਆਪ ਧਰਦਾ ਤੇ ਸਾਰੇ ਕੁਲਾਂ ਨੂੰ ਤਾਰ ਲੈਂਦਾ ਹੈ। ਦਾਨ ਸ਼ਬੰਧ ਸੋਈ ਦਿਲ ਧੋਵੈ, ਮੁਸਲਮਾਨ ਮੋਮ ਦਿਲ ਸੋਈ ਮਲ ਖੋਵੈ। ਮੁਸਲਮਾਨ ਜਿਹੜਾ ਆਪਣੇ ਮਨ ਦੀ ਮਲੀੜਤਾ ਨੂੰ ਦੂਰ ਕਰੇ, ਉਹ ਹੈ ਪੜ੍ਹਿਆ ਬੂਝੈ ਸੋ ਪ੍ਰਵਾਨ। ਮਹਾਰਾਜ ਜੀ ਕਹਿੰਦੇ ਕਿ ਵਿਦਿਆ ਦੇ ਭਾਵੇਂ ਜਿੰਨੇ ਮਰਜ਼ੀ ਗ੍ਰੰਥ ਮਨੁੱਖ ਲੱਦ ਲਵੇ, ਉਹਨਾਂ ਦਾ ਕੋਈ ਫਾਇਦਾ ਨਹੀਂ। ਸਗੋਂ ਉਸ ਵਿਦਿਆ ਨੂੰ ਬੁੱਝੇ ਕਿ ਵਿਦਿਆ ਹੈ ਕਾਹਦੇ ਵਾਸਤੇ ਹੈ। ਭਾਵੇਂ ਜਿੰਨੀਆਂ ਮਰਜ਼ੀਆਂ ਕੋਈ ਮਨੁੱਖ ਡਿਗਰੀਆਂ ਕਰ ਲਵੇ, ਜਿੰਨੇ ਮਰਜ਼ੀ ਉਹ ਕਾਗਜ਼ ਇਕੱਠੇ ਕਰ ਲਵੇ, ਉਹਦੇ ਨਾਲ ਕੋਈ ਫਾਇਦਾ ਨਹੀਂ। ਪੜ੍ਹਿਆ ਬੂਝੈ ਸੋ ਪ੍ਰਵਾਨ, ਜਿਸ ਸਿਰ ਦਰਗਾਹ ਕਾ ਨਿਸ਼ਾਨ, ਜਿਸ ਦੀ ਉੱਤੇ ਦਰਗਾਹ ਦਾ ਨਿਸ਼ਾਨ, ਜਿਸ ਦੀ ਉੱਤੇ ਮਿਲਾਪ ਦਾ ਚਿੰਨ੍ਹ ਰਹਿਮਤ ਹੋਵੇ, ਉਹੀ ਪਰਮਾਤਮਾ ਦੇ ਦਰ ਦੇ ਨਾਲ ਜੁੜ ਸਕਦਾ ਹੈ। ਇੱਥੋਂ ਤੱਕ ਆਪ ਜੀਆਂ ਨੇ ਇਸ ਸ਼ਬਦ ਨੂੰ ਸਮਾਪਤੀ ਤੱਕ ਸਰਵਣ ਕੀਤਾ ਹੈ। ਮਹਾਰਾਜ ਜੀ ਕਿਰਪਾ ਕਰਨ। ਬਾਣੀ ਦੀ ਵਿਚਾਰ ਕਰਦੇ ਹਾਂ, ਸੇਵਾ ਕਰਦੇ ਹਾਂ, ਅਨੇਕਾਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਕਿ ਮਨ ਦੀ ਜਾਚਕ ਗੁਰੂ ਫਤਿਹ ਬੁਲੰਦ ਕਰਨੀ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।